प्रोग्राम दे विच तुहाडा स्वागत है। मुद्दा प्रोग्राम दे विच असीं गलबात कर रहे सीगे रोमी सिंह बल जी नाल। तुहाडा बहुत बहुत स्वागत है। रोमी जी, आपां गलबात कल कर रहे सीगे कि जिहड़ा सैटेलाइट जगत दे विच आई हुई तब्दीली आ और खास करके स्पेस दे विच जिहड़े लोग जा रहे ने, किहड़ी नवीं उहदे नाल क्रांति आ रही है। और मैं ਇਹਦੇ ਬਾਰੇ ਹੋਰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਦੋਂ ਮੈਨੂੰ ਟਾਈਮ ਮਿਲਿਆ ਹੈ। ਇਹ ਜਿਹੜੀ ਨਵੀਂ ਟੈਕਨੋਲੋਜੀ ਹੁਣ ਜਿਵੇਂ ਆ ਰਹੀ ਆ ਸੈਟੇਲਾਈਟ ਦੇ ਫੀਲਡ ਦੇ ਵਿੱਚ, ਇਹਨਾਂ ਦੇ ਨਾਲ ਛੋਟੀਆਂ ਸੈਟੇਲਾਈਟ ਵਿਕਸਿਤ ਕੀਤੀਆਂ ਜਾ ਰਹੀਆਂ ਨੇ, ਜਾਂ GPS ਦੇ ਵਿੱਚ ਬੜੀ ਵੱਡੀ ਕ੍ਰਾਂਤੀ ਆ ਗਈ ਆ। ਔਰ ਇਸ ਦੇ ਨਾਲ ਹੀ ਜਿਹੜੇ ਡਰੋਨ ਨੇ, ਹੁਣ ਤੁਸੀਂ ਨਹੀਂ ਸਮਝਦੇ ਕਿ ਇਹ ਜ਼ਿਆਦਾ ਡਿਵੈਲਪ ਹੋ ਕੇ ਇਹਦੇ ਨਾਲ ਤੁਹਾਡੇ 에ਅਰ ਸਪੇਸ ਦੇ ਵਿੱਚ ਵੀ ਕਈ ਤਰ੍ਹਾਂ ਦੀ ਕੜਮਾਸ ਪੈ ਜਾਣੀ ਆ? ऑर्बिट ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਕਿਵੇਂ ਸੋਚਦੇ ਹੋ ਇਹਨੂੰ? ਜੀ, ਇਸ ਟਾਈਮ ऑर्बिट ਦੇ ਵਿਚਕਾਰ ਤਕਰੀਬਨ 25,000 ऑर्बिट ਚੀਜ਼ਾਂ ਕਰ ਰਹੀਆਂ ਨੇ ਅਰਥ ਦੇ ਅਰਾਊਂਡ ਜੀ। ਉਹਦੇ ਚੋਂ ਸਿਰਫ ਤਕਰੀਬਨ 1800 ਸੈਟਲਾਈਟਸ ਨੇ ਜਿਹੜੀਆਂ ਐਕਟਿਵ ਹੈਗੀਆਂ, ਜਿਹੜੀਆਂ ਕਿ ਬਈ ਕੁਝ ਕਰ ਰਹੀਆਂ ਨੇ। ਬਾਕੀ ਜਿਹੜਾ ਹੈਗਾ ਉਹ ਸਪੇਸ ਚੰਕ ਹੈਗਾ, ਜਿਹੜਾ ਕਿ ਬਈ ਡੈਡ ਸੈਟਲਾਈਟਸ ਔਰ ਰੌਕਟਸ ਜਦੋਂ ਉੱਤੇ ਜਾਂਦੇ ਨੇ, ਜਦੋਂ ਫਿਰ ਉਹਨਾਂ ਦਾ ਡੈਡ ਮਟੀਰੀਅਲ। ਸੋ ਇਟ ਇਜ਼ ਅ ਬਿਗ ਪ੍ਰੋਬਲਮ ਇਨ ਸਪੇਸ ਆਲਰੇਡੀ ਜੀ। ਉਹਦੇ ਲਈ ਹੱਲ ਵੀ ਹੋ ਰਿਹਾ, ਉਹਦੇ ਲਈ ਪ੍ਰੋਗਰਾਮ ਸ਼ੁਰੂ ਹੋ ਗਏ ਨੇ ਕਿ ਵੀ ਜਿਵੇਂ ਗਾਰਬੇਜ ਕਲੈਕਸ਼ਨ ਹੁੰਦੀ ਹੈ, ਉਸ ਤਰੀਕੇ ਨਾਲ ਕਿਵੇਂ ਇਹ ਸਾਰੇ ਗਾਰਬੇਜ ਦੇ ਪੀਸਿਸ ਨੇ, ਦੇ ਆਰ ਸਪਰੈਡ ਆਲ ਓਵਰ ਦ earth, of course no less than about 200 miles and as high as 23,000 miles. So ਉਹ ਜਿਹੜੀ ਜ਼ੋਨ ਹੈਗੀ ਉਹਦੇ 'ਚ ਇੰਨਾ ਕੁਛ, ਇੰਨੀ ਡਿਬਰੀ ਹੈਗੀ। It is a big problem because you have to collect over millions of miles, ਕਿਉਂਕਿ you can imagine going that far high up and then around the globe. So it will take time, ਹਾਲੀ ਕੋਈ solution ਨਹੀਂ ਹੈਗਾ। ਗੋਇੰਗ ਫਾਰਵਰਡ ਜਿਹੜੇ ਪ੍ਰੀਫਰਡ ਔਰਬਿਟਸ ਨੇ, ਜਿਵੇਂ ਇੱਕ ਚੀਜ਼ ਹੁੰਦੀ ਹੈ ਜੀਓ ਸਿੰਕਰਨਸ ਔਰਬਿਟ, 23,000 ਮੀਲ। 23,000 ਮੀਲ ਤੋਂ ਜਦੋਂ ਤੁਸੀਂ ਥੱਲੇ, ਯੂ ਕੈਨ ਮੋਨੀਟਰ 1/3 ਆਫ ਦ ਅਰਥ ਐਂਡ ਸਟੇ ਦੇਅਰ ਐਂਡ ਬੇਸਿਕਲੀ ਸੀ ਕਿ ਬਈ ਇਸ ਏਰੀਏ 'ਚ ਕੀ ਹੋ ਰਿਹਾ। ਉਹ ਜਿਹੜੇ ਪ੍ਰੀਫਰਡ ਸਪੋਟਸ ਨੇ ਉੱਥੇ ਕਰਾਊਡਿੰਗ ਜ਼ਿਆਦਾ ਹੋ ਗਈ ਹੈ, ਕਿਉਂਕਿ ਹਰ ਇੱਕ ਚਾਹੁੰਦਾ ਹੈ ਕਿ ਵੀ ਮੈਂ ਵੀ, ਮੇਰੀ ਵੀ ਸੈਟਲਾਈਟ ਇੱਥੇ ਹੋਵੇ, ਮੇਰੀ ਵੀ। ਸੋ ਹਰ ਇੱਕ ਕੰਟਰੀ ਦੀ, ਹਰ ਇੱਕ ਏਜੰਸੀ ਦੀ ਆਪਣੀ ਸੈਟਲਾਈਟਸ ਨੇ। ਉਸ ਏਰੀਆ ਨੂੰ ਇਹ ਪਹਿਲਾਂ ਸਾਫ਼ ਕਰਨਗੇ। ਜਿਸ ਤਰ੍ਹਾਂ ਕਹਿ ਲਓ ਕਿ ਵੀ ਐਕਸੀਡੈਂਟ ਜਿਸ ਏਰੀਏ 'ਚ ਹੋ ਜਾਂਦਾ ਫਰੀਵੇ 'ਤੇ, ਉਹਨੂੰ ਤੁਸੀਂ ਪਹਿਲਾਂ ਸਾਫ਼ ਕਰੋਗੇ, ਬਾਕੀ ਫਿਰ ਫਲੋ ਕਿਵੇਂ ਚੱਲਦਾ ਉਹਨੂੰ ਬਾਅਦ 'ਚ ਵੇਖਾਂਗੇ ਵਗੈਰਾ ਵਗੈਰਾ। ਸੋ ਉਹ ਇਟ ਵਿਲ ਟੇਕ ਟਾਈਮ ਬਟ ਇਟ ਇਜ਼ ਇਨ ਪ੍ਰੋਸੈਸ, ਦੇ ਆਰ ਇਨ ਪ੍ਰੋਸੈਸ ਆਫ ਡੂਇੰਗ ਦੈਟ। ਅਤੇ ਜਿਹੜੀ ਇਹਦੀ ਹੁਣ ਡਿਵੈਲਪਿੰਗ ਜਿੰਨਾ ਕਿ ਡਿਵੈਲਪ ਹੋ ਰਹੀ ਹੈ, ਤੁਹਾਨੂੰ ਕੀ ਲੱਗਦਾ ਵੀ ਕਿਸ ਮੁਕਾਮ 'ਤੇ ਇਹ ਜਾ ਸਕਦੀ ਹੈ? ਜਿਵੇਂ ਮੈਂ ਦੇਖਿਆ ਕਿ 60 ਸਾਲਾਂ ਦੇ ਵਿੱਚ ਜਿੰਨੀ ਵੱਡੀ ਚੇਂਜ ਆਈ ਆ ਜੀ, ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਇੰਡਸਟਰੀ ਰੀਬਰਥ ਲੈ ਰਹੀ, ਕਿ 60 ਸਾਲਾਂ ਦੇ ਵਿੱਚ ਕਿਸੇ ਇੱਕ ਇੰਡਸਟਰੀ ਦਾ ਰੀਬਰਥ ਲੈਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਜੀ। ਔਰ ਜਿਵੇਂ ਇਹ ਰੀਬਰਥ ਲੈ ਰਹੀ ਹੈ, ਤੁਹਾਨੂੰ ਕਿਵੇਂ ਲੱਗਦਾ ਕਿ ਅਗਲੇ ਇਹਦੇ ਮੁਕਾਮ ਕੀ ਹੋਣ? ਦੇਖੋ ਜੀ, ਆਲਰੇਡੀ ਰੈਵੋਲੂਸ਼ਨ ਆ ਹਟੀ ਹੈ, ਲਾਈਕ ਯੂ ਜਸਟ ਮੈਂਸ਼ਨ ਜੀ। ਅੱਜ ਤੋਂ ਪਿਛਲੇ 5-7 ਸਾਲਾਂ ਤੱਕ ਸਭ ਕੁਝ ਗਵਰਨਮੈਂਟ ਕੰਟਰੋਲ ਸੀਗਾ। ਨਾਸਾ ਏਜੰਸੀ ਸੀਗੀ ਜਿਹੜੀ ਕਿ ਬਈ ਅਮਰੀਕਾ ਦੀ ਸੀਗੀ, ਬਾਕੀ ਦੂਸਰੀ ਕੰਟਰੀਜ਼ ਦੇ ਸੀਗੇ। ਹੁਣ ਇਹ ਹੋ ਰਿਹਾ ਕਿ ਵੀ ਇਹ ਪ੍ਰਾਈਵੇਟਾਈਜੇਸ਼ਨ ਬੜੀ ਹੋ ਰਹੀ ਹੈ। ਸੋ ਸਪੇਸ ਐਕਸ ਇੱਕ ਕੰਪਨੀ ਹੈਗੀ, ਰਾਈਟ, ਇਲਨ ਮਸਕ ਦੀ। ਇਸੇ ਤਰ੍ਹਾਂ 2-3 ਹੋਰ ਕੰਪਨੀਜ਼ ਹੈਗੀਆਂ, ਦੇ ਵਿਲ ਇਵੈਂਚੁਅਲੀ ਡੂ ਸਪੇਸ ਟੂਰਿਜ਼ਮ। ਸੋ ਦੈਟ ਇਜ਼ ਅ ਨਿਊ ਫੀਲਡ, ਰੀਬਰਥ ਜਿਵੇਂ ਤੁਸੀਂ ਗੱਲ ਕੀਤੀ, ਇੱਕ ਨਵੀਂ ਚੀਜ਼ ਉਹਦੇ 'ਚੋਂ ਨਿਕਲ ਰਹੀ ਹੈ ਕਿ ਵੀ ਸਪੇਸ ਟੂਰਿਜ਼ਮ। ਇੱਕ ਪਾਸੇ ਇਹ ਜਾ ਰਿਹਾ, ਦੂਸਰੇ ਪਾਸੇ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਆਟੋਨਮਸ ਸੈਟਲਾਈਟਸ। ਸੈਟਲਾਈਟਸ ਜਿਹੜੀਆਂ ਕਿ ਵੀ ਇੱਕ ਵਾਰੀ ਤੁਸੀਂ ਇੱਥੋਂ ਲਾਂਚ ਕਰਕੇ ਛੱਡਤੀ, ਬਾਕੀ ਸਾਰੀ ਡਿਸੀਜਨ ਮੇਕਿੰਗ ਉਸ ਸੈਟਲਾਈਟ ਦੀ ਹੈਗੀ। ਉਹ ਸੈਟਲਾਈਟ ਜਿਵੇਂ ਅਰਥ 'ਤੇ ਵੇਖ ਰਹੀ ਹੈ, ਉਹ ਅਰਥ ਮੋਨੀਟਰ ਕਰ ਰਹੀ ਹੈ, ਅਤੇ ਉਹ ਵੇਖਦੀ ਹੈ ਕਿ ਵੀ ਕਿਤੇ ਹੜ੍ਹ ਆਇਆ, ਜਾਂ ਉਹਨੇ ਵੇਖਿਆ ਕਿ ਵੀ ਕਿਤੇ ਅੱਗ ਲੱਗੀ ਹੈ, ਫੋਰੈਸਟ ਫਾਇਰ ਚੱਲ ਰਹੀ ਹੈ। ਉਹ ਆਪੇ ਹੀ ਡਿਸਾਈਡ ਕਰੇਗੀ ਕਿ ਵੀ ਮੈਂ ਕਿਹੜਾ ਡੇਟਾ ਥੱਲੇ ਭੇਜਣਾ ਚਾਹੁੰਦੀ ਹਾਂ ਜੀ। ਸੋ ਦੇ ਵਿਲ automatically switch from target to target to target, and on earth we should be able to decide and overrule कि भाई ये ਅਸੀਂ ਹੋਰ ਜ਼ਿਆਦਾ ਵੇਖਣਾ ਚਾਹੁੰਦੇ ਹਾਂ, ਤੂੰ ਇੱਧਰ ਵੇਖ। but it will have a mind of its own,
ਜੀ ਉਹਦਾ ਫਾਇਦਾ ਇਹ ਹੈਗਾ ਕਿ ਵੀ ਹਿਊਮਨ ਇੰਨਾ ਛੇਤੀ ਡਿਸੀਜਨ ਨਹੀਂ ਲੈ ਸਕਦਾ ਅਨਲੈਸ ਕਿ ਵੀ ਉਸ ਸਪੈਸੀਫਿਕ ਚੀਜ਼ ਨੂੰ ਵੇਖ ਰਿਹਾ ਹੋਵੇ ਇਹ ਸੈਟਲਾਈਟਸ ਆਪੇ ਹੀ ਵੇਖਦੀਆਂ ਰਹਿਣਗੀਆਂ ਦੇ ਆਰ ਯੋਰ ਆਈਜ਼ ਐਂਡ ਈਅਰਸ ਐਂਡ ਦੇ ਵਿਲ ਡਿਸਾਈਡ ਕਿ ਵੀ ਆਈ ਥਿੰਕ ਦਿਸ ਇਜ਼ ਮੋਰ ਇੰਪੋਰਟੈਂਟ ਰਾਈਟ ਨਾਓ ਰਾਤ ਹੋਵੇ ਦਿਨ ਹੋਵੇ 24 ਘੰਟੇ 'ਚ ਉਹਨੇ ਕਿਹਾ ਕਿ ਵੀ ਇਹ ਅਫਗਾਨਿਸਤਾਨ 'ਚ ਫਲੱਡ ਆ ਗਿਆ ਹੈ ਨਾਲ ਹੀ ਕੈਲੀਫੋਰਨੀਆ 'ਚ ਫਾਇਰ ਚੱਲ ਰਹੀ ਹੈ ਮੈਂ ਹੁਣੇ ਤੁਹਾਨੂੰ ਸਾਰਾ ਕਿਹੜਾ ਡੇਟਾ ਦਿੰਦੀ ਹਾਂ ਪਹਿਲਾਂ ਇਹ ਡੇਟਾ ਐਂਡ ਦੈਨ ਦਿਸ ਡੇਟਾ ਯੂ ਮੇਕ ਯੋਰ ਡਿਸੀਜਨ ਵਿਦ ਬੇਸਡ ਔਨ ਦੈਟ ਡਰੋਨ ਟੈਕਨੋਲੋਜੀ ਜੀ ਤੁਸੀਂ ਜਿਵੇਂ ਗੱਲ ਕੀਤੀ ਈਵਨ ਦੋ ਇਹ ਸੈਟਲਾਈਟ ਨਹੀਂ ਹੈਗੀ ਪਰ ਇਟ ਇਜ਼ ਅ ਨਿਊ ਟੈਕਨੋਲੋਜੀ ਬੋਰਨ ਆਊਟ ਆਫ ਬੇਸਿਕਲੀ ਫਲਾਈਂਗ ਥਿੰਗਸ ਉਹਦੇ ਆਪਣਾ ਟੋਟਲ ਰੈਵੋਲੂਸ਼ਨ ਚੱਲ ਰਹੀ ਹੈਗੀ ਐਗਰੀਕਲਚਰ 'ਚ ਮੋਨੀਟਰ ਕ੍ਰੌਪ ਕਿੱਥੇ ਪਾਣੀ ਦੀ ਲੋੜ ਹੈ ਕਿੱਥੇ ਨਹੀਂ ਲੋੜ ਹੈ ਰਾਈਟ ਕਿੱਥੇ ਟ੍ਰੈਫਿਕ 'ਚ ਵੀ ਕਿੱਥੇ ਜ਼ਿਆਦਾ ਕੋਈ ਕੋਲੀਜਨ ਹੋਇਆ ਤੇ ਉਹਦੇ ਇੰਸਟੈਂਟ ਰਿਪੋਰਟਿੰਗ ਕਿ ਵੀ ਇੱਥੇ 4 ਬੰਦੇ ਇਹਨਾਂ ਨੂੰ ਜ਼ਿਆਦਾ ਸੱਟ ਵੱਜੀ ਹੈ ਕਿਹੋ ਜਿਹੀ ਸਾਨੂੰ ਸਰਵਿਸ ਚਾਹੀਦੀ ਹੈ ਰਾਈਟ ਨਾਓ ਜੀ ਇੰਸਟੈਂਟ ਕਮਿਊਨੀਕੇਸ਼ਨਸ ਕਹਿ ਲਓ ਰਾਈਟ ਸੋ ਇਹੋ ਜਿਹੀਆਂ ਚੀਜ਼ਾਂ ਦੇ ਵਿਲ ਕੰਟੀਨਿਊ ਆਈ ਥਿੰਕ ਇਵੈਂਚੁਅਲੀ and it is a long ways off but eventually man will leave earth and will be trying to inhabit some other ਜਿਵੇਂ ਮਾਰਸ ਦੀ ਆਪਾਂ ਗੱਲ ਕਰ ਰਹੇ ਸੀਗੇ or other extra out of our solar system also but that is far off that is hundreds of years probably ਬਲ ਸਾਹਿਬ ਥੋੜ੍ਹੇ ਪੁਆਇੰਟ ਹੋਰ ਨੇ ਜਿਹੜੇ ਮੈਂ ਕਲੀਅਰ ਕਰਨੇ ਚਾਹਾਂਗਾ ਤੁਹਾਡੇ ਤੋਂ ਜਿਵੇਂ ਤੁਹਾਡੀ ਜਿਹੜੀ ਐਕਸਪਰਟਿਜ਼ ਨੇ ਉਹ ਏਅਰਕ੍ਰਾਫਟ ਜਗਤ ਨਾਲ ਵੀ ਜੁੜੀਆਂ ਹੋਈਆਂ ਨੇ ਔਰ ਤੁਹਾਡਾ ਸਪੇਸ ਸ਼ਟਲਸ ਦੇ ਨਾਲ ਵੀ ਔਰ ਜਿਵੇਂ ਬਾਰ-ਬਾਰ ਮੈਂ ਹੀ ਗੱਲ ਕਰ ਰਿਹਾ ਕਿ ਸੈਟਲਾਈਟ ਦੇ ਨਾਲ ਜੁੜੀਆਂ ਹੋਈਆਂ ਕਿਉਂਕਿ ਅਸੀਂ ਜਦੋਂ ਸੋਚਦੇ ਹਾਂ ਤਾਂ ਕਲੇਮੈਨ ਦੇ ਤੌਰ 'ਤੇ ਸਾਨੂੰ ਸਾਰਾ ਕੁਝ ਜਿਹੜਾ ਨਾ ਉਹ ਔਰਬਿਟ 'ਚ ਨਜ਼ਰ ਆਉਂਦਾ ਕਿ ਸਪੇਸ 'ਚ ਜਾ ਰਹੇ ਨੇ ਲੋਕ ਆ ਰਹੇ ਨੇ ਔਰ ਜਿਹੜੇ ਸ਼ਟਲਸ ਨੇ ਉਹ ਵੀ ਉੱਧਰ ਨੂੰ ਜਾ ਰਹੀਆਂ ਨੇ ਔਰ ਖਾਸ ਕਰਕੇ ਜਿਹੜੀ ਟੈਕਨੋਲੋਜੀ ਉੱਪਰੋਂ ਆ ਰਹੀ ਹੈ ਚਾਹੇ TV ਦੇਖਦੇ ਹਾਂ ਉਹ ਵੀ ਸੈਟਲਾਈਟ ਦੇ ਥਰੂ ਆ ਰਹੀਆਂ ਨੇ ਸੋ ਇਹਨਾਂ ਦੇ ਬਾਰੇ ਕੁਝ ਗੱਲਾਂ ਹੋਰ ਨੇ ਪਰ ਇੱਕ ਨਿੱਕੀ ਜਿਹੀ ਬ੍ਰੇਕ ਲੈ ਰਹੇ ਹਾਂ ਉਸ ਤੋਂ ਬਾਅਦ ਸਾਡੀ ਗੱਲਬਾਤ ਬਾਲ ਸਾਹਿਬ ਨਾਲ ਜਾਰੀ ਰਹੇਗੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਰੋਮੀ ਸਿੰਘ ਬਾਲਜੀ ਨਾਲ ਸਪੇਸ ਦੇ ਦੁਨੀਆ ਦੇ ਬਾਰੇ ਸੈਟਲਾਈਟ ਇਹਨਾਂ ਦੇ ਬਾਰੇ ਜਿਹੜੇ ਏਅਰਕ੍ਰਾਫਟ ਨੇ ਜਾਂ ਇਹਨਾਂ ਦੇ ਬਾਰੇ ਜਿਹੜੇ ਸਪੇਸ ਕ੍ਰਾਫਟ ਜਾਂਦੇ ਨੇ ਬਲ ਸਾਹਿਬ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਤੁਹਾਡੇ ਨਾਲ ਇੱਕ ਮੇਰੇ ਬਾਰ-ਬਾਰ ਸਵਾਲ ਜ਼ਿਹਨ 'ਚ ਆ ਰਿਹਾ ਸੀਗਾ ਕਿ ਤੁਹਾਡੇ ਹੀ ਫੀਲਡ ਨਾਲ ਜੁੜੀ ਹੋਈ ਗੱਲ ਹੈ ਕਿ ਬਾਰ-ਬਾਰ ਜਦੋਂ ਗੱਲ ਆਉਂਦੀ ਹੈ ਚਾਹੇ ਉਹ ਨਾਰਥ ਕੋਰੀਆ ਦੀ ਹੋਵੇ ਚਾਹੇ ਉਹ ਕਿਤੇ ਹੋਰ ਕਿਸੇ ਵੀ ਕੰਟਰੀ ਦੀ ਗੱਲ ਹੋਵੇ ਖਾਸ ਕਰਕੇ ਜਦੋਂ ਇਹ ਹੁਣ ਮੁਲਕ ਸਾਰੇ ਜਿਹੜੇ ਨੇ ਆਪਣੇ ਆਪ ਦੇ ਵਿੱਚ ਮਿਜ਼ਾਈਲਸ ਲਈ ਬੈਠੇ ਨੇ ਇਹ ਮਿਜ਼ਾਈਲ ਟੈਕਨੋਲੋਜੀ ਦੇ ਨਾਲ ਵੀ ਤੁਸੀਂ ਕੰਮ ਕੀਤਾ ਹੈ ਅਤੇ ਜੇ ਕੀਤਾ ਹੈ ਤਾਂ ਇਹ ਕਿੱਥੇ ਕੁ ਖਲੋਤੀ ਹੈ ਸਾਰੀ ਚੀਜ਼ ਅਤੇ ਅਮਰੀਕਾ ਦੀ ਟੈਕਨੋਲੋਜੀ ਜਾਂ ਬਾਕੀ ਕੰਟਰੀਜ਼ ਦੀ ਇਹਨੂੰ ਕਿੱਥੇ ਰੱਖ ਕੇ ਦੇਖਦੇ ਹੋ ਦੇਖੋ ਜੀ ਦੋ ਗੱਲਾਂ ਤੁਸੀਂ ਮਿਸਲਸ ਦੀ ਗੱਲ ਕੀਤੀ ਹੈ ਜੀ ਅਤੇ ਇੱਕ ਤਾਂ ਹੈਗਾ ਕਿ ਵੀ ਮੇਰੇ ਕੋਲ ਮਿਸਲ ਹੈਗੀ ਮੈਂ ਫਾਇਰ ਕਰਤੀ ਜੀ ਪਰ ਉਹਨੂੰ ਟਰੈਕ ਕਰਨਾ ਉਹਨੂੰ ਮੋਨੀਟਰ ਕਰਨਾ ਕਿੱਥੋਂ ਫਾਇਰ ਹੋਈ ਕਿੱਥੇ ਪਹੁੰਚੀ ਅਤੇ ਕਿੱਥੇ ਲੈਂਡ ਕਰੇਗੀ ਇਹ ਸੈਟਲਾਈਟਸ ਦਾ ਕੰਮ ਹੈਗਾ ਅੱਛਾ ਸੋ ਇਹ ਜਿਹੜੀ ਟੈਕਨੋਲੋਜੀ ਹੈਗੀ 1970 'ਚ ਅਮਰੀਕਾ ਨੇ ਪਹਿਲੀ ਰਿਕੋਨੈਸੈਂਸ ਸੈਟਲਾਈਟ ਇਹਦੇ 'ਚ ਲਾਂਚ ਕੀਤੀ ਸੀਗੀ ਜੀ ਸੋ ਸਿੰਸ 1970 ਵੀ ਹੈਵ ਹੈਡ ਦ ਟੈਕਨੋਲੋਜੀ ਟੂ ਮੋਨੀਟਰ ਦ ਐਂਟਾਇਰ ਗਲੋਬ entire globe instantaneously ਕਿੱਥੋਂ ਕੋਈ ਵੀ ਮਿਸਲ ਚੱਲਦੀ ਹੈ ਭਾਵੇਂ ਉਹ 에ਅਰਪਲੇਨ ਤੋਂ ਚਲਾਵੇ ਕੋਈ ਜਾਂ ਗਰਾਊਂਡ ਤੋਂ ਚਲਾਵੇ ਕੋਈ ਅਤੇ ਉਹਨੂੰ ਅਕਵਾਇਰ ਕਰਕੇ ਕਿ ਵੀ ਇਹ ਮਿਸਲ ਇੱਥੋਂ ਚੱਲੀ ਹੈ ਉਹਨੂੰ ਫਿਰ ਟਰੈਕ ਕਰਕੇ ਕਿ ਕਿੱਥੇ ਲੈਂਡ ਕਰੇਗੀ ਦੈਟ ਕੈਪੇਬਿਲਿਟੀ ਵੀਵ ਹੈਡ ਸਿੰਸ 1970 ਅੱਛਾ ਸੋ ਉਹ ਇਸ ਟਾਈਮ 'ਤੇ ਅਗਰ ਕੋਈ ਵੀ ਕੋਰੀਆ ਔਰ ਐਨੀ ਅਦਰ ਕੰਟਰੀ tries to sort of say ਕਿ ਵੀ ਇਹ ਸਾਡੀ ਨਹੀਂ ਚੱਲੀ ਜਾਂ ਚੱਲੀ ਹੈਗੀ we have the data to prove one way or the other ਅੱਛਾ ਉਹਦਾ ਇੱਕ ਬੜਾ ਇੰਟਰਸਟਿੰਗ ਛੋਟਾ ਜਿਹਾ ਮੈਂ ਦੱਸਾਂਗਾ ਪਰ 1983 'ਚ ਰਸ਼ੀਆ ਨੇ ਇੱਕ ਕੋਰੀਅਨ 747 they shot it down over Pacific Ocean and then they denied it we saw it in fact this was a classified program at the time but I was one of the people who saw this happen real time and then we were able to sort of share that of course with our defense agencies and they eventually through Reagan pushed
ਅਗੇਂਸਟ ਰਸ਼ੀਆ ਕਿ ਵੀ ਇਹ ਸਾਡੇ ਕੋਲ ਡੇਟਾ ਹੈਗਾ, ਇਹ ਤੁਹਾਡਾ ਪਲੇਨ ਹੈਗਾ ਜਿਹਨੇ ਕਿ ਵੀ ਸ਼ੂਟ ਕੀਤਾ ਸੀਗਾ, ਤੇ ਇਹ ਜਿਹੜਾ ਹੈਗਾ ਪ੍ਰਾਈਵੇਟ ਪਲੇਨ ਕੋਰੀਅਨ 에ਅਰਲਾਈਨਰ ਜਿਹੜਾ ਥੱਲੇ ਗਿਆ ਤੇ ਇੱਥੇ ਗਿਆ। ਸੋ ਵਨਸ ਦੇ ਵਰ ਕਨਫਰੰਟਡ ਦੇ ਅਗਰੀਡ ਕਿ ਵੀ ਇਹ ਹੋਇਆ ਹੈ ਐਂਡ ਦੇ ਐਕਸੈਪਟਡ ਕਿ ਵੀ ਸਾਡੇ ਤੋਂ ਗਲਤੀ ਹੋ ਗਈ ਹੈ। ਸੋ ਇਹ ਜਿਹੜਾ ਫੀਲਡ ਹੈਗਾ ਇਹ ਹੁਣ ਕਾਫੀ ਕੰਟਰੀਜ਼ ਕੋਲ ਇਹ ਕੈਪੇਬਿਲਿਟੀ ਹੈਗੀ। ਮੈਨੂੰ ਨਹੀਂ ਪਤਾ ਕਿਸ ਕੰਟਰੀਜ਼ ਕੋਲ ਹੈਗੀ, ਪਰ ਸਾਡੇ ਕੋਲ ਇਟਸ ਬਿਨ ਵਿਦ ਅਸ ਫॉर ਸਿੰਸ 1970। ਜਦੋਂ ਅਸੀਂ ਸਾਰੀ ਗੱਲਬਾਤ ਕੀਤੀ ਹੈ ਇਹਨਾਂ ਦੇ ਵਿੱਚ ਮੈਂ ਜਿਹੜਾ ਇੱਕ ਮੇਰੇ ਵਾਰ-ਵਾਰ ਜ਼ਿਹਨ 'ਚ ਸਵਾਲ ਆ ਰਿਹਾ ਕਿ ਇਸ ਟੈਕਨੋਲੋਜੀ ਨੂੰ ਅਸੀਂ ਆਪਣੇ ਬੱਚਿਆਂ ਦੇ ਕੈਰੀਅਰ ਦੇ ਨਾਲ ਹੋਰ ਕਿਵੇਂ, ਕਿਉਂਕਿ ਗੱਲਾਂ ਤਾਂ ਬਹੁਤ ਸਾਰੀਆਂ ਨੇ ਜੀ, ਤੁਹਾਡੇ ਕੋਲ ਇਹਦੇ ਤਜਰਬੇ ਵੀ ਜ਼ਿੰਦਗੀ ਦੇ ਬੜੇ ਨੇ ਔਰ ਤੁਸੀਂ ਇਹਦੇ ਬਾਰੇ ਬਹੁਤ ਕੁਝ ਸਾਨੂੰ ਦੱਸ ਸਕਦੇ ਹੋ। ਮੈਂ ਚਾਹੁੰਦਾ ਹਾਂ ਕਿ ਸਾਡੇ ਬੱਚਿਆਂ ਨੂੰ ਤੁਸੀਂ ਕੋਈ ਅਜਿਹੇ ਪ੍ਰੇਰਨਾਦਾਇਕ ਉਹ ਚੀਜ਼ ਦੱਸੋ ਜਿਹੜੀ ਇਸ ਫੀਲਡ ਦੇ ਨਾਲ ਜੁੜੀ ਹੋਈ, ਜਿਹਦੇ ਤੋਂ ਉਹਨਾਂ ਦੇ ਕੈਰੀਅਰ ਬਿਲਡਿੰਗ ਦੀ ਹੋਰ ਵੱਡੀ ਪੁਲਾਂਘ ਉਹ ਪੁੱਟ ਸਕਣ, ਜਾਂ ਇਸ ਫੀਲਡ ਦੇ ਨਾਲ ਅੱਗੇ ਜਿਹੜੇ ਹੋਰ ਚੀਜ਼ਾਂ ਹੈਗੀਆਂ ਨੇ, ਕੁਛ ਆਪਾਂ ਕੀਤੀਆਂ ਨੇ, ਕੁਛ ਤੁਹਾਡੇ ਜ਼ਿਹਨ 'ਚ ਹੋਣ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ। ਜੀ, ਇਹਦਾ ਸਕੋਪ ਜਿਹੜਾ ਹੈਗਾ ਵੈਸਟਰਨ ਕੰਟਰੀਜ਼ 'ਚ ਬਹੁਤ ਜ਼ਿਆਦਾ ਹੈਗਾ ਜੀ। ਇੰਡੀਆ 'ਚ ਜਿਹੜੀ ਮੇਨ ਏਜੰਸੀ ਹੈਗੀ ਇਸਰੋ ਜੀ, ਤੇ ਇਸਰੋ 'ਚ ਮੇਰੇ ਖਿਆਲ ਤਕਰੀਬਨ 17-18 ਹਜ਼ਾਰ ਇੰਜੀਨੀਅਰਸ ਇੰਪਲੋਇਡ ਨੇ ਇਸ ਫੀਲਡ 'ਚ ਜੀ। ਇਸਰੋ ਇਜ਼ ਅ ਵੈਰੀ ਕੈਪੇਬਲ ਏਜੰਸੀ, ਤੇ ਉਹਨਾਂ ਦੇ ਮਿਸ਼ਨਸ ਵੀ ਜਿਹੜੇ ਹੈਗੇ ਉਹ ਕਾਫੀ ਫਾਰਵਰਡ ਥਿੰਕਿੰਗ ਹੈ, ਜਸਟ ਲਾਈਕ ਨਾਸਾ ਐਂਡ ਅਦਰ ਏਜੰਸੀਜ਼। ਸੋ ਅਗਰ ਇੰਡੀਆ 'ਚ ਹੈਗਾ ਬੰਦਾ ਜਿਹੜਾ ਕਿ ਵੀ kids who are trying to get into this field, that is one area where they can concentrate through any of the engineering institutions, IITs ਹੋਣ ਜਾਂ ਦੂਸਰੇ engineering colleges ਹੋਣ। ਮੈਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਵੀ ਕਈ ਡਿਗਰੀਜ਼ ਐਪਲੀਕੇਬਲ ਹੈਗੀਆਂ, ਇਲੈਕਟ੍ਰੀਕਲ, ਮਕੈਨੀਕਲ ਇੰਜੀਨੀਅਰਿੰਗ, ਥਰਮੋਡਾਇਨਾਮਿਕਸ, ਹੀਟ, ਜਿਸ ਤਰ੍ਹਾਂ ਆਪਾਂ ਸ਼ਟਲ ਦੀ ਗੱਲ ਕਰ ਰਹੇ ਸੀਗੇ, ਹੀਟ ਇਫੈਕਟਸ। ਸੋ ਅਗਰ ਜੋ ਵੀ ਤੁਹਾਡਾ ਮੋਸਟ ਇੰਪੋਰਟੈਂਟ ਹੈਗਾ ਕਿ ਵੀ ਜੋ ਤੁਹਾਡਾ ਇੰਟਰਸਟ ਹੈਗਾ ਉਹਨੂੰ ਫੋਲੋ ਕਰੋ ਜੀ। ਤੇ ਇਸ ਫੀਲਡ 'ਚ ਆਉਣ ਲਈ ਤੁਹਾਨੂੰ ਕੋਈ ਸਪੈਸ਼ਲ ਟ੍ਰੇਨਿੰਗ ਦੀ ਲੋੜ ਨਹੀਂ ਹੈਗੀ, ਤੁਹਾਡਾ ਇੱਛਾ ਹੋਣੀ ਚਾਹੀਦੀ, ਤੁਹਾਡਾ ਉਹਦੇ 'ਚ ਇੰਟਰਸਟ ਹੋਣਾ ਚਾਹੀਦਾ। ਦੈਨ ਲਾਈਕ ਐਨੀ ਅਦਰ ਫੀਲਡ ਯੂ ਕੈਨ ਅਪਲਾਈ ਐਂਡ ਯੂ ਕੈਨ ਬੇਸਿਕਲੀ ਪ੍ਰੈਕਟਿਸ ਇਟ। ਇਹਦੇ 'ਚ ਆਪਣੇ ਆਪ ਨੂੰ ਲਿਮਿਟੇਸ਼ਨ ਨਹੀਂ ਸਮਝਣੀ ਚਾਹੀਦੀ ਕਿ ਵੀ ਮੈਨੂੰ ਕੋਈ ਖਾਸ ਹੀ ਫਾਰਮੂਲਾ ਚਾਹੀਦਾ ਹੈਗਾ ਇਸ ਫੀਲਡ 'ਚ ਜਾਣ ਲਈ। ਬੇਸਿਕ ਡਿਗਰੀ ਦੀ ਲੋੜ ਹੈ, ਬਾਕੀ ਇੰਟਰਸਟ, ਬਾਕੀ ਤੁਹਾਡਾ ਕਿੰਨਾ ਤੁਹਾਡੀ ਓਪਰਚੁਨਿਟੀ ਹੈਗੀ, ਉਹ ਓਪਰਚੁਨਿਟੀ ਜਿਹੜੀ ਹੈਗੀ ਉਹ ਜ਼ਿਆਦਾ ਇੰਪੋਰਟੈਂਟ ਹੈ। ਤੇ ਖਾਸ ਕਰ ਨਾਰਥ ਇੰਡੀਆ 'ਚ ਇੰਨੀ ਅਵੇਅਰਨੈਸ ਨਹੀਂ ਹੈਗੀ, ਸਾਊਥ ਇੰਡੀਆ 'ਚ ਦੇਰ ਇਜ਼ ਮੋਰ and that's where most of the technology is being developed for India. ਜਿਵੇਂ ਮੈਂ ਦੇਖ ਰਿਹਾ ਸੀਗਾ ਕਿ ਟੈਕਨੋਲੋਜੀ ਡੇ ਬਾਈ ਡੇ ਜਾ ਰਹੀ ਹੈ ਕਿ ਜਿਹੜੇ ਸੈਟੇਲਾਈਟ ਨੇ ਹਲਕੀਆਂ ਹੋ ਰਹੀਆਂ ਨੇ, ਖਾਸ ਕਰਕੇ ਸਪੇਸ ਸ਼ਟਲ ਜਿਹੜੀਆਂ ਨੇ ਉਹਨਾਂ ਨੂੰ ਉਹ ਹਲਕੇ ਕਰ ਰਹੇ ਨੇ, ਔਰ ਉਹਦੇ ਲਈ ਰਾਕਟ ਜਿਹੜੇ ਨੇ ਉਹ ਵੀ ਉਹ ਕੈਪੇਬਿਲਿਟੀ ਉਹਨਾਂ ਦੀ ਕਿ ਉਹਨਾਂ ਨੂੰ ਕੈਰੀ ਕਰਨਾ, ਉਹਦੇ ਲਈ ਉਹਨਾਂ ਨੂੰ ਜ਼ਿਆਦਾ ਫਿਊਲ ਨਹੀਂ ਚਾਹੀਦਾ। ਸੋ ਸਟਿਲ ਇਹ ਟੈਕਨੋਲੋਜੀ ਜਿਹੜੀ ਆ ਡੇ ਬਾਈ ਡੇ ਵਿਕਸਿਤ ਹੋ ਰਹੀ ਆ। ਔਰ ਦੂਜੇ ਪਾਸੇ ਜਿਵੇਂ ਮੈਂ ਦੇਖ ਰਿਹਾ ਸੀਗਾ ਕਿ 60% ਦੇ ਕਰੀਬ ਅਜੇ ਵੀ ਲੋਕ ਹੈਗੇ ਨੇ ਜਿਨ੍ਹਾਂ ਦੇ ਕੋਲ ਹਾਈ ਸਪੀਡ ਇੰਟਰਨੈਟ ਨਹੀਂ ਹੈਗਾ ਜੀ। ਔਰ ਜਦੋਂ ਕਿ ਸੈਟੇਲਾਈਟ ਇੰਡਸਟਰੀ ਜਿਹੜੀ ਆ ਉਹ TV ਦੇ ਰੂਪ ਦੇ ਵਿੱਚ ਹੀ 77% ਰੈਵਨਿਊ ਜਿਹੜਾ ਹੈ ਉਹ ਇਸ ਵੇਲੇ ਇਹਦੇ ਰਾਹੀਂ ਸੈਟੇਲਾਈਟ ਜਿਹੜੀ ਜਨਰੇਟ ਕਰ ਰਹੀ ਹੈ, ਜਦੋਂ ਕਿ ਟੈਲੀਕਮਿਊਨੀਕੇਸ਼ਨ ਦੇ ਰਾਹੀਂ ਸਿਰਫ 3% ਕਰ ਰਹੀ ਹੈ। ਔਰ ਜਿਹੜਾ ਇਹਦੇ ਰਾਹੀਂ ਸਰਕਾਰਾਂ ਬਣਾ ਰਹੀਆਂ ਨੇ, ਔਰ ਸਰਕਾਰਾਂ ਦੇ ਬਜਟ ਨੇ, ਜਿਵੇਂ ਅਮਰੀਕਾ ਦਾ ਹੁਣ ਤੁਸੀਂ ਇਹਦੇ ਵਿੱਚ ਕੀਤਾ ਆ ਕਾਫੀ ਵੱਡਾ ਬਜਟ, ਬਿਲੀਅਨਸ। ਕਿਸੇ ਵੇਲੇ ਮੈਂ ਪੜ੍ਹ ਰਿਹਾ ਸੀ ਕਿ ਇਹਦੇ ਬਾਰੇ ਪੜ੍ਹ ਰਿਹਾ ਸੀ, ਕਿਸੇ ਵੇਲੇ $200 ਬਿਲੀਅਨ ਜਿਹੜੇ ਨੇ ਉਹ ਸਿਰਫ ਇਹਦੇ ਬਾਰੇ ਸਪੇਸ ਟੈਕਨੋਲੋਜੀ ਦੇ ਉੱਤੇ ਹੀ ਖਰਚ ਕੀਤਾ ਜਾ ਰਿਹਾ ਸੀ। ਜਿਵੇਂ ਤੁਸੀਂ ਕਿਹਾ ਕਿ ਬਹੁਤ ਵੱਡਾ ਇਹਦੇ ਵਿੱਚ ਸਕੋਪ ਆ, ਔਰ ਇਹੀ ਇੱਕ ਮੈਸੇਜ ਸੀ ਸਾਡੇ ਦਰਸ਼ਕਾਂ ਲਈ ਕਿ ਅਜਿਹੀਆਂ ਸ਼ਖਸੀਅਤਾਂ ਜਿਵੇਂ ਰੋਮੀ ਸਿੰਘ ਜੀ ਬੱਲ ਨੇ ਇਹ ਅਚੀਵਮੈਂਟ ਕੀਤੀ ਆ ਕਿ 에ਅਰ ਐਂਡ ਸਪੇਸ ਮਿਊਜ਼ੀਅਮ ਦੇ ਵਿੱਚ ਵਾਲ ਆਫ ਆਨਰ ਦੇ ਵਿੱਚ ਆਪਣਾ ਥਾਂ ਬਣਾਇਆ ਹੈ। ਜਦੋਂ ਜਾਓਗੇ ਉਸ ਵਾਲ ਦੇ ਉੱਤੇ ਇੱਕ ਸਿੱਖ ਦਾ ਨਾਂ ਲਿਖਿਆ ਤੁਹਾਨੂੰ ਜ਼ਰੂਰ ਮਿਲੇਗਾ। ਇਹ ਆਪਣੀ ਜੌਬ ਦੇ ਨਾਲ, ਆਪਣੇ ਪ੍ਰੋਫੈਸ਼ਨ ਦੇ ਨਾਲ, ਆਪਣੇ ਪਰਿਵਾਰ ਲਈ, ਆਪਣੇ ਭਾਈਚਾਰੇ ਲਈ ਅਤੇ ਆਪਣੇ ਉਹਨਾਂ ਭੈਣ ਭਰਾਵਾਂ ਲਈ ਇੱਕ ਉਹ ਰਸਤਾ ਵੀ ਦੱਸ ਰਹੇ ਨੇ ਔਰ ਇੱਕ ਲੀਹ ਵੀ ਬਣਾ ਰਹੇ ਨੇ।
ਅਜਿਹੀਆਂ ਹੀ ਸ਼ਖਸੀਅਤਾਂ, ਅਜਿਹੇ ਹੀ ਮੁੱਦਿਆਂ ਤੇ ਅਜਿਹੀਆਂ ਗੱਲਾਂ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਟਾਈਮ ਦੇਣ ਲਈ ਸ਼ੁਕਰੀਆ। ਥੈਂਕ ਯੂ ਸੁਖਪਾਲ ਜੀ। ਤੇ ਮੈਂ ਤੁਹਾਡੇ ਜਿਹੜੇ ਵਿਊਅਰਸ ਨੇ PTC ਚੈਨਲ ਦੇ, ਉਹਨਾਂ ਨੂੰ ਵੀ ਇਨਕਰੇਜ ਕਰਾਂਗਾ, ਖਾਸ ਕਰ ਯੰਗ ਜਿਹੜੇ ਜਨਰੇਸ਼ਨ ਹੈਗੀ, ਕਿ ਫੋਲੋ ਦਿਸ ਡਰੀਮ। ਜਿਹਨੂੰ ਵੀ ਇਸ ਗੱਲ 'ਚ ਇੰਟਰਸਟ ਹੈਗਾ, ਓਪਰਚੁਨਿਟੀ ਇੰਡੀਆ ਇੰਟਰਨੈਸ਼ਨਲੀ ਸਾਰੀ ਦੁਨੀਆ 'ਚ ਹੈਗੀ, ਤੇ ਇਹ ਫੀਲਡ ਗਰੋ ਕਰੇਗਾ ਲਾਈਕ ਵੀ ਹੈਵ ਬੀਨ ਡਿਸਕਸਿੰਗ, ਐਂਡ ਇਵੈਂਚੁਅਲੀ it will lead to bigger and better things। ਤੁਸੀਂ ਗੱਲ ਕੀਤੀ ਮਿਨੀਚਰਾਈਜੇਸ਼ਨ ਦੀ, ਵੈਰੀ ਇੰਪੋਰਟੈਂਟ, ਕਿਉਂਕਿ 1 ਪਾਊਂਡ ਚੀਜ਼ ਕੋਈ ਸਪੇਸ 'ਚ ਲਿਜਾਣ ਲਈ $25,000 ਦਾ ਰਾਕਟ ਦੀ, ਮਤਲਬ 1 ਪਾਊਂਡ ਲਿਜਾਣ ਲਈ $25,000 ਲੱਗਦੇ ਨੇ ਜੀ। ਸੋ ਅਗਰ ਉਹ ਚੀਜ਼ ਅੱਜ 1 ਪਾਊਂਡ ਦੀ ਅਗਰ ਤੁਸੀਂ 1/4 ਪਾਊਂਡ ਕਰ ਦਿਓ ਉਹਦੀ, ਤੇ ਓਬਵੀਅਸਲੀ ਕਾਸਟ ਆਫ ਲਾਂਚਿੰਗ is lot lower, right? Similarly, miniaturization of satellites, miniaturization of payloads is going to lead to better and better payloads with more capability and less money required to launch them and keep them up there. And eventually, hopefully, we'll have a way to gather all the junk, because satellites the umar 5 to ਲੈ ਕੇ 10 ਸਾਲ ਹੀ ਹੁੰਦੀ ਹੈ, ਕਿਉਂਕਿ once the fuel runs out, you're done. Right. So ਉਹ junk ਜਿਹੜਾ ਹੈਗਾ ਉਹਨੂੰ ਇਕੱਠਾ ਕਰਕੇ we'll put them in the some junkyard somewhere. So yeah, I encourage everybody to ਬਹੁਤ ਸ਼ੁਕਰੀਆ ਤੁਹਾਡਾ ਇੰਨੀ ਟਾਈਮ ਦੇਣ ਲਈ, ਨੌਲੇਜ ਦੇਣ ਲਈ। ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ।